ਪਿਛਲੇ 10 ਸਾਲ ਤੋਂ ਰਾਈਟ ਲੈਗ ਵਿੱਚ ਪੇਨ ਤੋਂ ਪ੍ਰਭਾਵਿਤ ਸੀ। ਇੰਨਾ ਪੇਨ ਹੁੰਦਾ ਸੀਗਾ ਕਿ ਮੈਂ ਆਪਣੀ ਜ਼ਿੰਦਗੀ 'ਚੋਂ ਨਿਰਾਸ਼ ਹੋ ਚੁੱਕਾ ਸੀ। ਜਿਹੜਾ ਮੇਰਾ ਪੋਸਚਰ ਸੀਗਾ ਉਹ ਵੀ ਲੈਫਟ ਸਾਈਡ ਨੂੰ ਝੁਕ ਗਿਆ ਸੀਗਾ। हेलो एवरीवन। सो रोज़मर्रा की ज़िंदगी में आए दिन किसी ना किसी टाइप की लोगों को इंजरीज होती रहती है। तो उस टाइम पे जब आप इंजरी से सफ़र कर रहे होते हैं तब आपको चाहिए होता है एक बहुत अच्छा डॉक्टर। तो हम एक ऐसे डॉक्टर को जानते हैं जो ट्राई सिटी में ऑर्थोपेडिक्स को लेके काफ़ी पॉपुलर हैं और जिनकी स्पेशलाइजेशन है स्पाइन इंजरीज में। तो आइए जानते हैं फीडबैक उनके एक पेशेंट से जिनका नाम है मिस्टर प्रेम सिंह। तो सर आपको क्या प्रॉब्लम आ रही थी जो फेस करते थे आप? ਪਿਛਲੇ 10 ਸਾਲ ਤੋਂ ਰਾਈਟ ਲੈਗ ਵਿੱਚ ਪੇਨ ਤੋਂ ਪ੍ਰਭਾਵਿਤ ਸੀ। ਇੰਨਾ ਪੇਨ ਹੁੰਦਾ ਸੀਗਾ ਕਿ ਮੈਂ ਆਪਣੀ ਜ਼ਿੰਦਗੀ 'ਚੋਂ ਨਿਰਾਸ਼ ਹੋ ਚੁੱਕਾ ਸੀ। ਜਿਹੜਾ ਮੇਰਾ ਪੋਸਚਰ ਸੀਗਾ ਉਹ ਵੀ ਲੈਫਟ ਸਾਈਡ ਨੂੰ ਝੁਕ ਗਿਆ ਸੀਗਾ। ਲੋਕਲ ਡਾਕਟਰ ਕੋਲੋਂ ਦਵਾਈਆਂ ਲੈ ਕੇ ਫਿਜ਼ੀਓਥੈਰੇਪੀ ਕਰਾ ਕੇ ਕੰਮ ਚੱਲਦਾ ਰਿਹਾ ਤੇ ਹੁਣ ਅਖੀਰ ਵਿੱਚ ਆ ਕੇ ਜਿਹੜੇ ਉਹ ਡਾਕਟਰ ਸੀਗੇ ਉਹਨਾਂ ਨੇ ਮੈਨੂੰ ਕਹਿਤਾ ਬਈ ਸਰਜਰੀ ਕਰਾਉਣੀ ਪਏਗੀ। ਜਦੋਂ ਸਰਜਰੀ ਤੇ ਗੱਲ ਆਈ ਤਾਂ ਮੈਂ ਆਨਲਾਈਨ ਜਾ ਕੇ ਚੰਡੀਗੜ੍ਹ ਵਿੱਚ ਜਿਹੜੇ ਅੱਛੇ ਬੈਸਟ ਜਿੰਨੇ ਵੀ ਸਰਜਨ ਉੱਥੇ ਸੀਗੇ ਮੈਂ ਸਾਰਿਆਂ ਨੂੰ ਕੰਟੈਕਟ ਕੀਤਾ। ਉਹਨਾਂ ਨੇ ਮੈਨੂੰ ਕਿਸੇ ਨੇ ਵੀ ਸਰਜਰੀ ਬਾਰੇ ਵਿੱਚ ਮੈਨੂੰ ਕੋਈ ਵੀ ਮੇਰੀ ਤਸੱਲੀ ਨਹੀਂ ਕਰਾ ਸਕਿਆ। तो इन सर का कैसे पता चला? ਆਨਲਾਈਨ ਪਤਾ ਕਰਨ ਤੋਂ ਬਾਅਦ ਆਪਣੇ ਸਾਰੀ ਰਿਪੋਰਟਸ ਲੈ ਕੇ ਡਾਕਟਰ ਗੌਰਵ ਸ਼ਰਮਾ ਜੀ ਨੂੰ ਮਿਲਿਆ। ਇਹਨਾਂ ਨੇ ਮੇਰੀਆਂ ਸਾਰੀਆਂ ਰਿਪੋਰਟਾਂ ਦੇਖ ਕੇ ਮੈਨੂੰ ਸੁਜੈਸਟ ਕੀਤਾ ਵੀ ਤੁਹਾਡੇ ਜਿਹੜਾ ਰੀੜ੍ਹ ਦੇ ਹੱਡੀ ਦੇ ਮਣਕੇ ਆ ਉਹ ਬੈਠੇ ਹੋਏ ਹਨ, ਇਸ ਕਰਕੇ ਤੁਹਾਡੀ ਸੱਜੀ ਲੱਤ ਵਿੱਚ ਦਰਦ ਹੋ ਰਿਹਾ ਆ। ਇਸ ਕਰਕੇ ਉਹਨਾਂ ਨੇ ਫਿਰ ਹੋਰ ਮੈਨੂੰ 15-20 ਮਿੰਟ ਚੰਗੀ ਤਰ੍ਹਾਂ ਬਾਤ ਕਰਨ ਤੋਂ ਬਾਅਦ ਦੱਸਿਆ ਵੀ ਤੁਹਾਨੂੰ ਸਰਜਰੀ ਹੀ ਕਰਾਉਣੀ ਪੈਣੀ ਹੈ। तो सर आपकी पेन तो लेग में था, तो सर्जरी आपकी बैक में हुई है, तो ये क्या लॉजिक होता है? ਮੈਨੂੰ ਡਾਕਟਰ ਗੌਰਵ ਸ਼ਰਮਾ ਨੇ ਦੱਸਿਆ ਵੀ ਜਿਹੜੇ ਤੁਹਾਡੇ ਮਣਕੇ ਦਬਣ ਨਾਲ ਜਿਸ ਨਾੜੀ ਰਾਹੀਂ ਖੂਨ ਦੀ ਸਪਲਾਈ ਹੋ ਰਹੀ ਹੈ ਲੱਤ ਨੂੰ ਉਹ ਤੇ ਦਬਾਅ ਪੈ ਰਿਹਾ ਹੈ, ਇਸ ਕਰਕੇ ਖੂਨ ਦੀ ਸਪਲਾਈ ਨਹੀਂ ਹੋ ਰਹੀ, ਇਸ ਕਰਕੇ ਦਰਦ ਹੋ ਰਿਹਾ ਹੈ। तो सर फिर आपकी सर्जरी के लिए क्या सजेशन दिया फिर? ਡਾਕਟਰ ਸਾਹਿਬ ਨੇ ਮੈਨੂੰ ਰਿਪੋਰਟਾਂ ਦੇਖਣ ਤੋਂ ਬਾਅਦ ਕਿ ਮੇਰੀ MRI ਤੇ ਐਕਸ-ਰੇ ਰਿਪੋਰਟ ਦੇਖਣ ਤੋਂ ਬਾਅਦ ਕਿ ਸਰਜਰੀ ਦਾ ਸੁਝਾਅ ਦਿੱਤਾ। ਫਿਰ ਅਸੀਂ ਉਹਨਾਂ ਨੂੰ ਕਿ ਇਹਦੇ ਵਿੱਚ ਪੁੱਛਿਆ ਵੀ ਇਹਦੇ ਵਿੱਚ ਕੋਈ ਖਤਰਾ ਤਾਂ ਨਹੀਂ, ਤਾਂ ਉਹਨਾਂ ਨੇ ਕਿਹਾ ਬਿਲਕੁਲ ਕੋਈ ਖਤਰਾ ਨਹੀਂ, ਅੱਜ ਕੱਲ੍ਹ ਸਰਜਰੀ ਸਪਾਈਨ ਸਰਜਰੀ ਬਿਲਕੁਲ ਸੇਫ ਹੈ। ਅਸੀਂ ਉਹਨਾਂ ਦੇ ਸੁਝਾਅ ਨੂੰ ਮੰਨ ਕੇ ਅਸੀਂ ਆਪਰੇਸ਼ਨ ਲਈ ਤਿਆਰ ਹੋ ਗਏ। ਲੇਕਿਨ ਨਵੀਂ MRI ਕਰਾਉਣ ਤੋਂ ਬਾਅਦ ਉਹਨਾਂ ਨੇ ਦੇਖਿਆ ਵੀ ਤੁਹਾਡੇ ਜਿਹੜੀ ਹੋਰ ਮਣਕੇ ਵਿੱਚ ਵੀ ਪ੍ਰੋਬਲਮ ਹੈ। ਫਿਰ ਉਹਨਾਂ ਨੇ ਸਾਨੂੰ ਸੁਝਾਅ ਦਿੱਤਾ ਵੀ ਆਪਾਂ ਇੱਕ ਵਾਰੀ ਦੋਨਾਂ ਦੀ ਸਰਜਰੀ ਕਰ ਦਿੰਦੇ ਆ, ਫਿਰ ਫਿਊਚਰ ਵਿੱਚ ਜਿਹੜੀ ਲੈਫਟ ਲੱਗ ਗਿਆ ਉਹਦੇ ਵਿੱਚ ਵੀ ਤੁਹਾਨੂੰ ਦਰਦ ਹੋਣਾ ਨਾ ਸ਼ੁਰੂ ਹੋ ਜਾਵੇ। What was the surgery exact? क्या ट्रीटमेंट मिला आप? ਫਿਰ ਉਹਨਾਂ ਨੇ ਸਾਨੂੰ ਆਪਰੇਸ਼ਨ ਥੀਏਟਰ ਲੈ ਗਏ। ਆਪਰੇਸ਼ਨ ਥੀਏਟਰ ਵਿੱਚ ਆਪਰੇਸ਼ਨ ਕਰਨ ਤੋਂ ਬਾਅਦ ਉਹਨਾਂ ਨੇ ਸਾਨੂੰ ਦਿਖਾਇਆ ਇਹ ਫਿਰ ਉਹਨਾਂ ਨੇ L4 ਤੇ L5 ਦੇ ਵਿੱਚ 3 ਸਕਰੂ ਪਾ ਕੇ ਜਿਹੜਾ ਸਪੇਸ ਕੰਮ ਸੀ ਉਹਨੂੰ ਠੀਕ ਕਰਤਾ। ਉਸ ਨਾਲ ਮੈਨੂੰ ਕਾਫੀ ਰਿਲੀਫ ਮਿਲਿਆ। ਇਸੇ ਤਰ੍ਹਾਂ L3 ਦੇ ਵਿੱਚ ਵੀ ਮੇਰੀ ਥੋੜੀ ਪ੍ਰੋਬਲਮ ਸੀ, ਉੱਥੇ ਵੀ ਉਹਨਾਂ ਨੇ ਸਕਰੂ ਪਾ ਕੇ ਉਹਨਾਂ ਨੂੰ ਐਡਜਸਟ ਕੀਤਾ। ਇਸ ਕਰਕੇ ਮੈਨੂੰ ਉਹ ਸਰਜਰੀ 'ਚ ਬਹੁਤ ਹੀ ਵਧੀਆ ਢੰਗ ਨਾਲ ਮੇਰੀ ਸਰਜਰੀ ਹੋਈ। आफ्टर द सर्जरी आपको कितना टाइम लगा चलने में एंड उसके बाद का एक्सपीरियंस बताइए ज़रा। सोमवार को सर मेरी सर्जरी हुई जी। मंगलवार को मैंने उन्होंने शाम ਨੂੰ ਆਏ ਤੇ ਉਹਨਾਂ ਨੇ ਮੈਨੂੰ ਕਹਿੰਦੇ ਉੱਠ ਕੇ ਬੈਠ ਜਾਓ। ਮੈਂ ਹਲੇ ਸੋਚ ਹੀ ਰਿਹਾ ਸੀਗਾ ਵੀ ਮੈਂ ਬੈਠ ਸਕਾਂਗਾ ਕਿ ਨਹੀਂ, ਲੇਕਿਨ ਉਹਨਾਂ ਨੇ ਮੈਨੂੰ ਬਿਠਾ ਦਿੱਤਾ। ਮੈਂ ਬੈਠ ਗਿਆ। ਮੈਂ 5-10 ਮਿੰਟ ਬੈਠਾ ਰਿਹਾ ਔਰ ਖਾਣਾ ਖਾਧਾ। ਖਾਣਾ ਖਾ ਕੇ ਮੈਂ ਆਰਾਮ ਕਰਦਾ ਤੇ ਡਾਕਟਰ ਸਾਹਿਬ ਚਲੇ ਗਏ। ਔਰ ਦੂਸਰੇ ਦਿਨ ਸਵੇਰ ਨੂੰ ਆਏ ਔਰ ਉਹਨਾਂ ਨੇ ਮੈਨੂੰ ਆਉਂਦੇ ਸਾਰੀ ਉਹਨਾਂ ਨੇ ਕਿਹਾ ਵੀ ਚਲੋ ਉੱਠੋ ਤੇ ਚੱਲੋ, ਤੇ ਉਹਨਾਂ ਨੇ ਮੈਨੂੰ ਚੱਲਣ ਲਈ ਉਹ ਵਾਕਰ ਮੰਗਾਇਆ ਤੇ ਮੈਨੂੰ ਉਹਨਾਂ ਨੇ ਉਠਾ ਕੇ ਮੈਂ ਵਾਕਰ ਫੜ ਕੇ ਚੱਲਣਾ ਸ਼ੁਰੂ ਕਰ ਦਿੱਤਾ। ਤੇ ਉਹਨਾਂ ਇੱਕ ਚੱਕਰ ਮੈਂ ਵਾਕਰ ਨਾਲ ਲਗਾਇਆ। ਫਿਰ ਮੈਂ ਡਾਕਟਰ ਸਾਹਿਬ ਨੂੰ ਕਿਹਾ ਕਿ ਡਾਕਟਰ ਸਾਹਿਬ ਕਿ ਮੈਂ ਇਹਨੂੰ ਛੱਡ ਸਕਦਾ? ਡਾਕਟਰ ਸਾਹਿਬ ਕਹਿੰਦੇ ਹਾਂ ਛੱਡ ਦਿਓ। ਮੈਂ ਉਹ ਵਾਕਰ ਛੱਡ ਦਿੱਤਾ। ਫਿਰ ਮੈਂ ਆਪਣੇ ਆਪ ਹੀ ਚੱਲਣਾ ਸ਼ੁਰੂ ਕਰਤਾ। ये मतलब आपकी 3 days के अंदर आपकी स्ट्रेंथ गेन हो गई? हाँ जी बिल्कुल ठीक। मैं ਚੱਲ ਰਿਹਾ ਸੀਗਾ। ਬਾਕੀ ਜੋ ਆਪਰੇਸ਼ਨ 'ਚ ਆਪਣੇ ਲੱਗੇ ਸੀਗੇ ਟਾਂਕੇ ਵਗੈਰਾ ਉਹਨਾਂ ਲਈ ਤਾਂ 14 ਦਿਨ ਚਾਹੀਦੇ ਸੀਗੇ, ਉਹ 14 ਦਿਨ ਲੱਗੇ। ਲੇਕਿਨ ਮੈਂ ਤੀਸਰੇ ਦਿਨ ਤੋਂ ਹੀ ਚੱਲਣਾ ਸ਼ੁਰੂ ਕਰਤਾ। ਘਰ ਆ ਕੇ ਵੀ ਚੱਲਣਾ ਸ਼ੁਰੂ ਕਰਤਾ ਰੋਜ਼ ਸਵੇਰੇ ਸ਼ਾਮ। ਤੇ ਹੁਣ ਮੈਂ 4 ਤੋਂ 5 ਕਿਲੋਮੀਟਰ ਚੱਲ ਸਕਦਾ। ਮੈਂ ਪੌੜੀਆਂ ਵੀ ਚੜ੍ਹ ਸਕਦਾ। ਮੈਂ ਗੱਡੀ ਵੀ ਚਲਾਉਣ ਲੱਗ ਪਿਆ ਡਾਕਟਰ ਸਾਹਿਬ ਦੀ ਐਡਵਾਈਸ ਅਨੁਸਾਰ। ਸ਼੍ਰੀ ਗੌਰਵ ਸਾਹਿਬ ਡਾਕਟਰ ਸਾਹਿਬ ਦਾ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਮੇਰੇ
ਆਪਰੇਸ਼ਨ ਨੂੰ ਬਹੁਤ ਸਹੀ ਢੰਗ ਨਾਲ ਕਰਕੇ ਮੈਨੂੰ ਇੱਕ ਨਵੀਂ ਜ਼ਿੰਦਗੀ ਦਿੱਤੀ। ਹੁਣ मैं जिंदगी आराम नाल चल फिर रहा। बहुत बढ़िया जी। तो आप देख सकते हैं कितने खुश हैं यहाँ डॉक्टर गौरव के पेशेंट्स। सो इफ यू आर सफरिंग फ्रॉम एनी ऑर्थोपेडिक स्पाइन रिलेटेड प्रॉब्लम और एनी लेग पेन्स, so you can definitely call on the below written numbers and take your consultancy. Thank you. मिस्टर प्रेम सिंह जी जो 63 इयर्स के हैं, वो हमारे पास आए थे और इनको L4-5 पे सीवियर लंबर कैनाल स्टेनोसिस था। कमर में दर्द थी, राइट लेग में पेन आ रही थी और चलना बहुत मुश्किल हो गया था। इनकी हमने मिनिमली इन्वेजिव सर्जरी की जिसके MIS टी-लिफ्ट बोलते हैं, और इसमें छोटे कट से, छोटे इंसिजन से नसों पे से दबाव हटाया जाता है। रिकवरी फास्ट होती है, ब्लड लॉस कम होता है, इन्फेक्शन का रिस्क कम होता है, आगे जाके बाकी मनकों के ख़राब होने की चांस कम होती है। अब ये अपनी सारी एक्टिविटीज़ कर पा रहे हैं विदाउट पेन, बाहर जा पा रहे हैं, वॉक कर पा रहे हैं, और हमें खुशी है कि ये अब एक नॉर्मल लाइफ जी पा रहे हैं। लंबर स्पाइनल स्टेनोसिस में कमर में दर्द, टांग में दर्द, ये सब तो होता ही है, लेकिन इसका एक सोशल इम्पैक्ट भी आता है। जब पेशेंट ज़्यादा दूर चल नहीं पाते, अपने सोशल फैमिली गैदरिंग्स में जा नहीं पाते, वॉक नहीं कर पाते ग्राउंड में जाके, अपने फ्रेंड से नहीं मिल पाते, तो धीरे धीरे करके डिप्रेशन वगैरह, फ्रस्ट्रेशन भी आना शुरू होता है। तो इसीलिए लंबर स्पाइनल स्टेनोसिस को ठीक कराने से ये सारी चीज़ें भी नॉर्मलाइज होती हैं। मोस्टली जो लोगों के मन में डर होता है कि हम स्पाइन सर्जरी कराएंगे और हम बिल्कुल बेड पे आ जाएंगे या बिल्कुल टांगें हमारी रुक जाएंगी, तो इसके लिए हम ख़ास एक मशीन यूज़ करते हैं, न्यूरो मॉनिटरिंग, और इनको भी मैंने समझाया था कि इसके साथ हमें काफ़ी पता रहता है भाई नर्व्स कहाँ पे हैं। अगर हम नर्व के पास जाते हैं तो अलार्म सिस्टम टू 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 आवाज़ करता है, तो उसके साथ काफ़ी सेफ्टी है।